जी आए ਨੂੰ ਪਿਆਰੇ ਵਿਦਿਆਰਥੀਓ 12th ਕਲਾਸ ਦੀ ਇੰਗਲਿਸ਼ ਦੀ ਬੁੱਕ ਰੇਨਬੋ ਆਫ ਇੰਗਲਿਸ਼ ਉਸ ਦਾ ਸੈਕਸ਼ਨ A ਲੈਸਨ ਨੰਬਰ 8 ਟੂ ਜੈਂਟਲਮੈਨ ਆਫ ਵੇਰੋਨਾ। ਵੇਰੋਨਾ ਜਗ੍ਹਾ ਦਾ ਨਾਮ ਹੈ, ਜੈਂਟਲਮੈਨ ਮੈਨੇ ਭੱਦਰ ਪੁਰਸ਼। ਸੋ ਦੋ ਨੌਜਵਾਨ ਮੁੰਡਿਆਂ ਦੀ ਬੱਚਿਆਂ ਦੀ ਗੱਲ ਹੈਗੀ ਹੈ ਤੇ ਉਹਨਾਂ ਨੂੰ ਜੈਂਟਲਮੈਨ ਕਿਹਾ ਉਹਨੇ ਰਾਈਟਰ ਨੇ। ਸੋ ਕੁਐਸਚਨ ਆਨਸਰਸ, ਸ਼ਾਰਟ ਆਨਸਰ ਕੁਐਸਚਨਸ, ਦੈਟ ਇਜ਼ ਪਾਰਟ 1 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਕੇ ਸਾਰੇ ਆਨਸਰਸ ਨੂੰ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਐਕਸਪਲੇਨੇਸ਼ਨਸ ਨੂੰ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਇੱਕ ਵਾਰੀ ਆਪ ਲਿਖਣ ਦਾ ਅਭਿਆਸ ਜ਼ਰੂਰ ਕਰ ਲੈਣਾ ਜੀ। ਸੋ ਸ਼ੁਰੂ ਕਰੀਏ। Answer the following questions in 10 to 15 words each. So question number 1, what were the jobs that the two boys undertook? Undertake ਹੁੰਦਾ ਮਨੀ ਲੈਣਾ, ਮਤਲਬ ਕਿ ਉਹਨੂੰ ਇਖਤਿਆਰ ਕਰਨਾ। ਤੇ ਉਹ ਕਿਹੜੇ ਕਿਹੜੇ ਕੰਮ ਸੀ ਜਿਹੜੇ ਦੋ ਮੁੰਡਿਆਂ ਨੇ ਕੀਤੇ। The two boys sold fruits, ਉਹਨਾਂ ਨੇ ਫਰੂਟ ਵੇਚੇ। Shone shoes, ਲੋਕਾਂ ਦੇ ਜਿਹੜੇ ਜੁੱਤੀਆਂ ਹੁੰਦੀਆਂ ਉਹਨਾਂ ਨੂੰ ਪਾਲਿਸ਼ ਕੀਤਾ, ਚਮਕਾਇਆ। Hawked ਨਿਊਜ਼ਪੇਪਰ, ਹੌਕਰ ਹੁੰਦਾ ਜਿਹੜਾ ਮਤਲਬ ਕਿ ਰੇਹੜੀਆਂ ਲਾ ਕੇ ਉਹਨਾਂ ਨੇ ਸੜਕਾਂ ਦੇ ਉੱਤੇ ਨਿਊਜ਼ਪੇਪਰ ਅਖਬਾਰਾਂ ਵੇਚੀਆਂ। Showed visitors through the town, showed visitors through the town ਮਤਲਬ ਕਿ ਜਿਹੜੇ ਉੱਥੇ ਘੁੰਮਣ ਫਿਰਨ ਲੋਕ ਆਉਂਦੇ ਸੀਗੇ, ਸੈਲਾਨੀ ਆਉਂਦੇ ਸੀਗੇ, ਉਹਨਾਂ ਨੂੰ ਟੂਰਿਸਟ ਗਾਈਡ ਦੇ ਵਜੋਂ ਕੰਮ ਕੀਤਾ। Showed visitors through the town, ਉਹਨਾਂ ਨੂੰ ਸ਼ਹਿਰ ਦੇ ਵਿੱਚ ਘੁਮਾਉਂਦੇ ਸੀ, ਦੱਸਦੇ ਸੀ, ਸ਼ਹਿਰ ਬਾਰੇ ਜਾਣਕਾਰੀ ਦਿੰਦੇ ਸੀ। ਐਂਡ ਰਨ ਐਰੈਂਡਸ, ਐਰੈਂਡ ਹੁੰਦਾ ਬੱਚਿਓ ਛੋਟੀ ਜਿਹੀ ਟ੍ਰਿਪ, ਛੋਟੀ ਜਿਹੀ ਮਤਲਬ ਕਿ ਇੱਥੋਂ ਦੀ ਨੇੜੇ ਦੂਰ ਤੱਕ ਜਾਣਾ, ਭੱਜ ਕੇ ਕਹਿਣਾ ਜਾਂ ਕੂਰੀਅਰ ਦੇ ਆ, ਜਾਂ ਫਲਾਨਾ ਜਿਹੜਾ ਇਹ ਸੁਨੇਹਾ ਦੇ ਆ, ਜਾਂ ਪੈਕਟ ਉੱਥੇ ਫੜਾਇਆ। ਛੋਟੇ ਮੋਟੇ ਕੰਮ ਦੌੜ ਭੱਜ ਕੇ ਜਿਹੜੇ ਕਰਨੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਐਰੈਂਡ। ਸੋ ਰੈਨ ਐਰੈਂਡ ਹੁੰਦਾ ਹੈ ਛੋਟੇ ਮੋਟੇ ਲੋਕਾਂ ਦੇ ਦੱਸੇ ਹੋਏ ਕੰਮ ਉਹ ਸਾਰੇ ਕਰਦੇ ਸੀਗੇ। ਇਹ ਕੰਮ ਜਿਹੜੇ ਉਹ ਮੁੰਡੇ ਸੀ ਦੋ, ਇਹ ਵਾਲੇ ਕੰਮ ਕਰਦੇ ਸੀਗੇ। ਕੁਐਸਚਨ ਨੰਬਰ 2, ਡਿਸਕ੍ਰਾਈਬ ਦੀ ਫਿਜ਼ੀਕਲ ਅਪੀਅਰੈਂਸ ਆਫ ਬੋਥ ਦੀ ਬॉयਜ਼, ਜਿਹੜੇ ਦੋਨੋਂ ਮੁੰਡੇ ਸੀਗੇ ਉਹਨਾਂ ਦੀ ਜਿਹੜੀ ਬਾਹਰਲੀ ਸਰੀਰਕ ਦਿੱਖ ਹੈਗੀ ਹੈ, ਅਪੀਅਰੈਂਸ ਦਿੱਖ ਸੀ, ਉਹਦਾ ਵੇਰਵਾ ਦਿਓ। ਸੋ ਓਵਰਆਲ ਦਾ ਮਤਲਬ ਹੈ ਸਮੁੱਚੇ ਤੌਰ ਤੇ। ਦੀ ਬॉयਜ਼ ਹੈਡ ਅ ਸ਼ੈਬੀ ਅਪੀਅਰੈਂਸ, ਉਹਨਾਂ ਦੀ ਜਿਹੜੀ ਦਿੱਖ ਸੀਗੀ ਉਹ ਬੜੀ ਸ਼ੈਬੀ, ਮਤਲਬ ਕਿ ਮੈਲੀ ਕੁਚੈਲੀ, ਫਟੇ ਪੁਰਾਣੇ ਕੱਪੜੇ ਉਹਨਾਂ ਦੇ ਸੀਗੇ। ਸ਼ੈਬੀ ਹੁੰਦੀ ਹੈ ਗੰਦੀ, ਫਟੇ ਹੋਏ, ਜਿਹਦੇ 'ਚ ਘਿਸੀ ਪਿਟੀ ਹਾਲਤ ਹੋਵੇ ਨਾ, ਉਹਨੂੰ ਕਹਿੰਦੇ ਸ਼ੈਬੀ। ਦੇ ਹੈਡ ਬਰਾਊਨ ਸਕਿਨਸ, ਕਿਉਂਕਿ ਧੁੱਪੇ ਬਾਹਰ ਕੰਮ ਕਰ ਕਰਕੇ ਬਰਾਊਨ ਮੈਨੇ ਉਹਨਾਂ ਦੀਆਂ ਭੂਰੀਆਂ ਕਣਕ ਵੰਨੀਆਂ ਚਮੜੀਆਂ ਸੀ। ਟੈਂਗਲਡ ਹੇਅਰ, ਟੈਂਗਲ ਹੁੰਦਾ ਗੁੰਝਲਾਂ ਪੈਣੀਆਂ, ਤੇ ਟੈਂਗਲ ਮੈਨੇ ਗੁੰਝਲਾਂ ਪਈਆਂ ਹੋਏ, ਹੇਅਰ ਮਤਲਬ ਕਿ ਉਹਨਾਂ ਦੇ ਕੇਸ ਵੀ ਵਾਏ ਹੋਏ ਨਹੀਂ ਸੀਗੇ, ਗੁੰਝਲਾਂ ਪਈਆਂ ਸੀ ਜਿੱਦਾਂ, ਠੀਕ ਹੈ। ਐਂਡ ਡਾਰਕ ਅਰਨੈਸਟ ਆਈਜ਼, ਅਰਨੈਸਟ ਹੁੰਦੀ ਹੈ ਗੰਭੀਰ ਟਾਈਪ ਦੀਆਂ, ਸੀਰੀਅਸਨੈਸ, ਸਿੰਸੀਅਰ, ਤੇ ਉਹਨਾਂ ਦੀ ਗੂੜੀਆਂ ਗੰਭੀਰ ਅੱਖਾਂ ਸਨ। ਦੇਅਰ ਵਾਜ਼ ਸੀਰੀਅਸਨੈਸ ਔਨ ਦੇਅਰ ਫੇਸਿਸ, ਉਹਨਾਂ ਦੇ ਚਿਹਰਿਆਂ ਤੇ ਵੀ ਇੱਕ ਕਿਸਮ ਦੀ ਗੰਭੀਰਤਾ ਸੀਗੀ। ਐਂਡ ਦੇਅਰ ਡਿਮੀਨਰ, ਡਿਮੀਨਰ ਹੁੰਦਾ ਬੱਚਿਓ ਉਹਨਾਂ ਦਾ ਬਿਹੇਵੀਅਰ, ਕੰਡਕਟ, ਉਹ ਕਿਵੇਂ ਆਪਣੇ ਆਪ ਨੂੰ ਬੋਲਦੇ ਸੀ, ਕਿੱਦਾਂ ਉੱਠਦੇ ਬੈਠਦੇ ਸੀ, ਕਿੱਦਾਂ ਦੂਜਿਆਂ ਨਾਲ ਬਿਹੇਵ ਕਰਦੇ ਸੀਗੇ, ਉਹ ਡਿਮੀਨਰ ਜਿਹੜਾ ਸੀਗਾ ਵਾਜ਼ ਰਿਮਾਰਕੇਬਲ। ਰਿਮਾਰਕੇਬਲ ਮੈਨੇ ਜ਼ਿਕਰਯੋਗ ਸੀ, ਐਕਸਟਰਾ ਆਰਡੀਨਰੀ ਸੀ। ਇੱਕ ਜਿੱਦਾਂ ਆਮ ਅਵਾਰਾ ਕੁਚੱਜੇ ਜਿਹੇ ਬੱਚੇ ਹੁੰਦੇ ਨੇ ਉੱਦਾਂ ਨਹੀਂ ਸੀ, ਉਹ ਕਿਸੇ ਚੰਗੇ ਘਰ ਤੋਂ ਲੱਗਦੇ ਸੀਗੇ। ਡਿਮੀਨਰ ਵਾਜ਼ ਰਿਮਾਰਕੇਬਲ। ਜੇ ਤੁਹਾਨੂੰ ਇਹ ਸ਼ਬਦ ਔਖਾ ਲੱਗਦਾ ਬੱਚਿਓ, ਤੇ ਇਹਨੂੰ ਇੱਕ ਤੇ ਸਪੈਲਿੰਗ ਯਾਦ ਕਰਨ ਦਾ ਤਰੀਕਾ ਹੈਗਾ DE ਕਰ ਲਓ, DE ਫਿਰ ਮੀਨ ਤੇ ਅਵਰ, ਠੀਕ ਹੈ। ਇੱਦਾਂ ਯਾਦ ਕਰਨਾ ਸੌਖਾ ਹੋ ਜਾਏਗਾ। DE ਲਿਖ ਲਓ ਪਹਿਲੇ, ਫਿਰ ਮੀਨ ਲਿਖ ਲਓ, MEAN ਮੀਨ, ਫਿਰ ਅਵਰ ਲਿਖ ਲਓ, ਡਿਮੀਨਰ, ਠੀਕ ਹੈ। ਜੇ ਇਹ ਸ਼ਬਦ ਔਖਾ ਲੱਗਦਾ ਤੇ ਇਹਦੀ ਜਗ੍ਹਾ ਤੁਸੀਂ ਬਿਹੇਵੀਅਰ ਵੀ ਲਿਖ ਸਕਦੇ ਹੋ, ਕੰਡਕਟ ਵੀ ਲਿਖ ਸਕਦੇ ਹੋ। ਸੋ ਡਿਮੀਨਰ ਮੀਨਸ ਕੰਡਕਟ ਜਾਂ ਬਿਹੇਵੀਅਰ, ਠੀਕ ਹੈ। ਅੱਗੇ ਚਲੋ। ਕੁਐਸਚਨ ਨੰਬਰ 3, ਹਾਊ ਆਰ ਦੀ ਟੂ ਬॉयਜ਼ ਯੂਜ਼ਫੁਲ ਫॉर ਦੀ ਨਰੇਟਰ। ਨਰੇਟਰ ਮੈਨੇ ਬਿਆਨ ਕਰਤਾ ਅਰਥਾਤ ਰਾਈਟਰ ਜਿਹੜਾ ਇਹ ਸਟੋਰੀ ਲਿਖ ਰਿਹਾ, ਠੀਕ ਹੈ। ਕਹਿੰਦੇ ਇਨ ਮੈਨੀ ਵੇਜ਼, ਕਹਿੰਦੇ ਕਈ ਢੰਗਾਂ ਦੇ ਨਾਲ ਜਿਹੜੇ ਦੋ ਮੁੰਡੇ ਸੀਗੇ ਉਹ ਨਰੇਟਰ ਵਾਸਤੇ ਕਿਵੇਂ ਲਾਹੇਵੰਦ ਸਾਬਿਤ ਹੋਏ। ਸੋ ਇਦਾਂ ਸੀ, ਦੇ ਟੂ ਬॉयਜ਼ ਆਰ ਯੂਜ਼ਫੁਲ ਫॉर ਦੀ ਨਰੇਟਰ ਇਨ ਮੈਨੀ ਵੇਜ਼। ਉਹ ਜਿਹੜੇ ਮੁੰਡੇ ਸੀ, ਉਹ ਜਿਹੜੇ ਨਰੇਟਰ ਸੀਗਾ, ਲਿਖਾਰੀ ਸੀਗਾ ਜਿਹੜਾ ਸਟੋਰੀ ਦੱਸ ਰਿਹਾ ਉਹਦੀ, ਉਹਨਾਂ ਦੇ ਕਈ ਕਿਸਮ ਦੇ ਕੰਮ ਕਰਦੇ ਸੀਗੇ। ਦੇ ਗੋਟ ਹਿਮ ਅ ਪੈਕ ਆਫ ਅਮਰੀਕਨ ਚੋਕਲੇਟਸ, ਜਿੱਦਾਂ ਉਹਨਾਂ ਨੂੰ ਜਦੋਂ ਚਾਕਲੇਟ ਚਾਹੀਦੀਆਂ ਸੀਗੀਆਂ, ਅਮਰੀਕਨ ਚਾਕਲੇਟ ਦਾ ਪੈਕਟ ਦਿਆਤਾ। ਰਿਜ਼ਰਵ ਸੀਟਸ ਫॉर ਦੀ ਓਪਰਾ, ਓਪਰਾ ਜਿਹੜਾ ਹੁੰਦਾ ਬੱਚੇ ਇੱਕ ਮਿਊਜ਼ੀਕਲ ਡਰਾਮਾ ਹੁੰਦਾ, ਉਹ ਜੇ ਸੀਟਾਂ ਉਹਨਾਂ ਦੀ ਬੁੱਕ ਕਰਨੀਆਂ, ਰਿਜ਼ਰਵ ਕਰਨੀਆਂ, ਉਹ ਕਰਾਤੀਆਂ। ਔਰ ਸਜੈਸਟਿਡ ਦੀ ਨੇਮ ਆਫ ਅ ਗੁੱਡ ਰੈਸਟੋਰੈਂਟ, ਤੇ ਉਹ ਕਿਉਂਕਿ ਉਹ ਉਸ ਸ਼ਹਿਰ 'ਚ ਨਵੇਂ ਆਏ ਸੀਗੇ, ਉਹ ਜੇ ਪੁੱਛ ਪੜਤਾਲ ਕਰਦੇ ਸੀ ਵੀ ਇੱਥੇ ਕਿੱਥੇ ਰੋਟੀ ਖਾਈਏ, ਢਾਬਾ ਕਿਹੜਾ ਵਧੀਆ, ਰੈਸਟੋਰੈਂਟ ਕਿਹੜਾ ਵਧੀਆ, ਤੇ ਉਹ ਮੁੰਡੇ ਉਹਨਾਂ ਨੂੰ ਉਹਦੇ ਬਾਰੇ ਵੀ ਸਲਾਹ ਦੇ ਦਿੰਦੇ ਸੀ ਕਿ ਇਹ ਫਲਾਨਾ ਰੈਸਟੋਰੈਂਟ ਚੰਗਾ ਹੈ। ਸੋ ਇਹ ਇਸ ਤਰ੍ਹਾਂ ਉਹਨਾਂ ਦਾ ਨਰੇਟਰ ਦਾ ਉਹ ਮੁੰਡਿਆਂ ਨੇ ਕੰਮ ਕੀਤੇ। ਫਿਰ ਵਾਈ ਡਿਡ ਦੀ ਟੂ ਬॉयਜ਼ ਵਰਕ ਐਂਡਲੈਸਲੀ, ਐਂਡਲੈਸਲੀ ਦਾ ਮਤਲਬ ਸੀ ਇਹ ਕਹਿ ਸਕਦੇ ਬਿਨਾਂ ਰੁਕੇ, ਅਰਥਾਤ
इन्ना मतलब कि रात दिन या इन्नी मतलब कि बिना थके कम उन्होंने क्यों किया। सो दा जवाब है दी टू बॉयज़, बॉयज़ बहुवचन है ते उन्हां दी दो मुंडे ना, सो इस तो बाद एपोस्ट्रोफी दो मुंडियां दी भैन, दी टू बॉयज़ सिस्टर। जे बच्चों एपोस्ट्रोफी में वाई तो बाद लगावा तो फिर हो जाएगा एक मुंडे दी सिस्टर, पर क्योंकि टू है सो बॉयज़ प्लूरल लिख के फिर एस, क्योंकि एस है प्लूरल करके, सो एस तो बाद एपोस्ट्रोफी लगेगी। ठीक है, तो जे सिंगल ते लगावांगे, जे वाई तो लगा देंगे तो सिंगल वास्ते बन जाएगा। इस गल का ख्याल रखना क्योंकि टू प्लूरल है। द टू बॉयज सिस्टर वाज सफरिंग फ्रॉम ट्यूबरकुलोसिस ऑफ द स्पाइन। ट्यूबरकुलोसिस होंगे बच्चों टीबी, टीबी का रोग असीं कहते हैं तपदिक, खै रोग, ਤੇ ਸਪਾਈਨ ਹੁੰਦੀ ਹੈ ਰੀੜ ਦੀ ਹੱਡੀ। ਉਹਨਾਂ ਦੀ ਭੈਣ ਜਿਹੜੀ ਏ ਉਹ ਰੀੜ ਦੀ ਹੱਡੀ ਵਿੱਚ ਤਪਦਿਕ ਦੇ ਟੀਬੀ ਦੇ ਰੋਗ ਤੋਂ ਪੀੜਿਤ ਸੀ। ਦੇ ਐਂਡਲੈਸਲੀ ਵਰਕਡ, ਤੇ ਉਹ ਬਿਨਾਂ ਰੁਕੇ ਕੰਮ ਕਰਦੇ ਸੀ, ਸੋ ਦੈਟ ਤਾਂ ਕਿ ਦੇ ਕੁਡ ਪੇ ਫॉर ਹਰ ਟ੍ਰੀਟਮੈਂਟ, ਤਾਂ ਕਿ ਉਹ ਉਹਦੇ ਇਲਾਜ ਦੇ ਖਰਚਾ ਜਿਹੜਾ ਹੈ ਉਹ ਦੇ ਸਕਣ। ਇਸ ਕਰਕੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੜਕੇ ਤੋਂ ਲੈ ਕੇ ਰਾਤ, ਹਨੇਰੀ ਰਾਤ ਤੱਕ, ਅੱਧੀ ਰਾਤ ਤੱਕ ਕੰਮ ਕਰਦੇ ਸੀ। क्वेश्चन नंबर 5, वेयर डिड द नरेटर ड्राइव द टू बॉयज। ड्राइव होंगे गड्डी चला के जाना, तो वेयर डिड द नरेटर ड्राइव द टू बॉयज, वो जो नरेटर सी, राइटर सी, वो दो मुंडिया कित्थे ड्राइव करके लैके गया, अपनी गड्डी कित्थे लैके गया। डिड है ना बच्चों, सो पास्ट टेंस की गल हैगी है। सो डिड डू डज दे नाल ते हमेशा फर्स्ट फॉर्म आती वर्ब दी, पर डिड करके ड्राइव का बन जाएगा ड्रोव, सैकेंड फॉर्म। ड्राइव, ड्रोव, ड्रिवन, ड्रिवन थर्ड फॉर्म है, डिड है तो असी ड्राइव की सैकेंड फॉर्म वरतांगे। दी नरेटर ड्रोव दी टू बॉयज टू पोलेटा, पोलेटा एक पिंड सी, जगह का नाम सी। सो कमा पा के 30 किलोमीटर फ्रॉम वेरोना, जिथे वो ठहरे हुए थे, जिथे काम करते थे, तो जिथे नरेटर ठहरिया सीगा होटल च। सो वेरोना तो 30 किलोमीटर दूर पलोटा विखे, जिथे वो हर ऐतवार साइकिल में जाते थे आप, तो ड्राइवर जो नरेटर से उन्होंने ड्राइव करके उत्थे लैके गया। क्वेश्चन नंबर 6, हू वाज द वुमन एट द विलेज। विलेज पोलेटा जो विलेज जिथे लैके गए सी, तो वुमन किहड़ी सी उत्थे विलेज। द वुमन एट द विलेज वाज अ प्लेजेंट लुकिंग, प्लेजेंट लुकिंग माने बहुत ग्रेशियस लुकिंग, मतलब कि ਉਹਦੀ बड़ी जिद्दां बड़ी शानदार लुक सी ਉਹਦੀ। ट्रेंड नर्स, प्लेजेंट लुकिंग, बड़ी खुश मतलब कि मिजाज वाली ट्रेंड नर्स सीगी। ठीक है, आगे चलिए। क्वेश्चन नंबर 7, वट मेड द नरेटर फॉलो द बॉयज। अर्थात किहड़ी गल ने नरेटर नूं मुंडियां दा पिछा करन लई मजबूर किया। वट मेड द नरेटर फॉलो द बॉयज, क्योंकि वो तो कहते सर तुसीं जाओ कॉफ़ी कूफी पियो, 1 घंटे बाद असीं आ जाएंगे। ठीक है, तो पर वो कार च बैठ के थोड़ी देर बाद जिद्दे मुंडे चले गए तो उन्हें मगर गया। सो गल है कि when the boys asked the narrator to stop the car at a big red roofed villa, ਹੁਣ ਉਹ ਤੇ ਵਿਚਾਰੇ ਬੜੇ ਗਰੀਬ ਸੀਗੇ, ਲੱਗਦਾ ਸੀ ਵੀ ਉਹਨਾਂ ਦੀ ਜਿਹੜੀ ਸਕਿੰਨੀ ਮਤਲਬ ਕਿ ਹੱਡ ਨਿਕਲੇ ਹੋਏ ਸੀ ਉਹਨਾਂ ਦੇ ਬਾਹਰ, ਬੜੇ ਪਤਲੇ ਸੀਗੇ, ਸਕਿੰਨੀ ਫਰੇਮ ਸੀਗਾ ਵੀ ਉਹ ਹੱਡੀਆਂ ਦਾ ਮੁੱਠ ਸੀਗੇ ਦੋਨੋਂ, ਕੱਪੜੇ ਫਟੇ ਪੁਰਾਣੇ ਸੀਗੇ, ਵਾਲ ਗੁੰਝਲਾਂ ਪਈਆਂ ਹੋਈਆਂ ਸੀਗੀਆਂ। ਠੀਕ ਹੈ, ਬਰਾਊਨ ਸਕਿਨ ਸੀਗੀ, ਗੰਦੇ ਸੀਗੇ ਕੱਪੜੇ, ਫਟੇ ਪੁਰਾਣੇ ਸੀਗੇ। ਤੇ ਜਦੋਂ ਵੈਨ ਦੀ ਬॉयਜ਼ ਆਸਕ ਦੀ ਨਰੇਟਰ ਟੂ ਸਟਾਪ ਦੀ ਕਾਰ ਐਟ ਅ ਬਿਗ, ਵੱਡੇ ਰੈੱਡ ਰੂਫਡ, ਲਾਲ ਛੱਤ ਵਾਲਾ ਵਿਲਾ, ਵਿਲਾ ਮਨੇ ਹੁੰਦਾ ਮਹਿਲਨੁਮਾ ਘਰ, ਬੜਾ ਵੱਡਾ ਘਰ, ਹਵੇਲੀ ਟਾਈਪ ਦਾ ਘਰ, ਸਰਾਊਂਡਿਡ ਬਾय ਅ ਹਾਈ ਸਟੋਨ ਵਾਲ, ਤੇ ਉਹ ਘਰ ਜਿਹੜਾ ਵਿਲਾ ਸੀਗਾ ਉਹ ਕਿਹਤੋਂ ਘਿਰਿਆ ਹੋਇਆ ਸੀਗਾ, ਉੱਚੀ ਪੱਥਰ ਦੀ ਬਣੀ ਹੋਈ ਕੰਧ। ਹੀ ਵਾਸ ਸਰਪ੍ਰਾਈਜ਼ਡ, ਉਹ ਕਹਿੰਦੇ ਵੀ ਇੱਥੇ ਕੀ ਕਰਨ ਜਾ ਰਹੇ ਨੇ, ਉਹਨੂੰ ਹੈਰਾਨੀ ਹੋਈ। ਵੈਨ ਦੀ ਬॉयਜ਼ ਆਸਕ ਦੀ ਨਰੇਟਰ ਟੂ ਸਟਾਪ ਦੀ ਕਾਰ ਐਟ ਦੀ ਬਿਗ ਰੂਫਡ ਵਿਲਾ ਸਰਾਊਂਡਿਡ ਬਾय ਅ ਹਾਈ ਸਟੋਨ ਵਾਲ, ਹੀ ਵਾਸ ਸਰਪ੍ਰਾਈਜ਼, ਜਦੋਂ ਮੁੰਡਿਆਂ ਨੇ ਕਿਹਾ ਵੀ ਸਰ ਤੁਸੀਂ ਕਾਰ ਇੱਥੇ ਰੋਕ ਦੇਵੋ, ਅਸੀਂ ਇੱਥੇ ਜਾਣਾ ਹੈ। ਸੋ ਰੈੱਡ ਰੂਫ ਸੀ, ਲਾਲ ਛੱਤ ਵਾਲਾ ਬੜਾ ਵੱਡਾ ਮਹਿਲਨੁਮਾ ਹਵੇਲੀ, ਤੇ ਉੱਚੀ ਪੱਥਰ ਦੀ ਬਣੀ ਕੰਧ ਨਾਲ ਘਿਰਿਆ ਹੋਇਆ। ਹੀ ਵਾਸ ਸਰਪ੍ਰਾਈਜ਼ਡ, ਉਹਨੂੰ ਬੜੀ ਹੈਰਾਨੀ ਹੋਈ। ਦਸ ਦੀ ਕਿਉਰਿਓਸਿਟੀ, ਕਿਉਰਿਓਸਿਟੀ ਹੁੰਦੀ ਜਗਿਆਸਾ, ਉਹ 'ਚ ਉਤਸੁਕਤਾ ਜਾਗੀ ਵੀ ਇਹ ਕੀ ਹੋ ਰਿਹਾ, ਵੀ ਇਹ ਫਰੂਟ ਵੇਚਦੇ ਨੇ, ਜੁੱਤੀਆਂ ਪੋਲਿਸ਼ ਕਰਦੇ ਨੇ, ਤੇ ਇੰਨੇ ਵੱਡੇ ਮਹਿਲਨੁਮਾ ਹਵੇਲੀ ਵਿੱਚ ਜਾ ਰਹੇ ਨੇ, ਚੱਕਰ ਕੀ ਹੈ। ਦੀ ਕਿਉਰਿਓਸਿਟੀ ਮੇਡ ਦੀ ਨਰੇਟਰ ਫੋਲੋ ਦੀ ਬॉयਜ਼, ਉਹ ਜਾਣਨਾ ਚਾਹੁੰਦਾ ਸੀ ਵੀ ਕਿੱਥੇ ਜਾ ਰਹੇ ਨੇ, ਕਿਹਨੂੰ ਮਿਲਣ ਜਾ ਰਹੇ ਨੇ। ਸੋ ਕੁਐਸਚਨ ਨੰਬਰ 8, ਵਟ ਡਿਡ ਲੂਸੀਆ ਐਸਪਾਇਰ ਟੂ ਬੀ। ਲੂਸੀਆ ਕੌਣ ਸੀ ਬੱਚੇ, ਹੁਣ ਲੈਸਨ ਪੜਾਂਗੇ ਤੇ ਪਤਾ ਲੱਗਿਆ। ਲੂਸੀਆ ਸੀ ਦੋਨੋਂ ਮੁੰਡਿਆਂ ਦੀ ਭੈਣ, ਇਹ ਵੱਡੀ ਸੀਗੀ, ਇਹ 20 ਸਾਲ ਦੀ ਸੀਗੀ, ਜਿਹਨੂੰ ਤਪਦਿਕ ਦਾ ਟਿਊਬਰਕਲੋਸਿਸ ਦਾ ਰੋਗ ਸੀ ਸਪਾਈਨ ਦੇ ਵਿੱਚ, ਰੀੜ ਦੇ ਅੱਡੇ। ਸੋ ਇਹ ਤੇ ਇੱਕ ਲਾਈਨ ਦੇ ਆਨਸਰ ਹੈ ਬੱਚਿਓ, ਲੂਸੀਆ ਐਸਪਾਇਰਡ ਟੂ ਬੀ ਅ ਸਿੰਗਰ। ਐਸਪਾਇਰ ਹੁੰਦਾ ਬੱਚਿਓ ਐਂਬੀਸ਼ਨ ਰੱਖਣੀ,
तांग रखनी, मतलब कि कोई निशाना मिथना। सो एस्पायर भी सुपना देखना भी मैं यह करना चाहनी हाँ। तो डिड है तो एस्पायर फर्स्ट फॉर्म है, डिड करके एस्पायर की सैकेंड फॉर्म हो जाएगी। लूसिया एस्पायर्ड टू बी अ सिंगर, अर्थात लूसिया एक सिंगर बनने की चाह रखती सी। क्वेश्चन नंबर 9, वाई वॉज द नरेटर डीपली मूव्ड, अर्थात जिहड़ा नरेटर सीगा वो क्यों बड़ी डूंघाई दे नाल, बड़े डूंघे ढंग दे नाल प्रभावित होया, किहड़ी गल ने उन्हें छू लिया। सो जवाब है द नरेटर वॉज डीपली मूव्ड बिकॉज ऑफ द बॉयज, मुंडियां दी, BOYS बहुवचन, फिर अगे पोस्ट ऑफी है। डिवोशन मैंने समर्पण, सेवा भावना, स्ट्रोंग स्पिरिट मतलब कि सिरड़ उन्हों की मतलब कि एक हिम्मत, एंड सैल्फलैस एक्शन ते निस्वार्थ, बिना किसी स्वार्थ तो उन्हों का जोड़ा कम सी उस तो बड़ा प्रभावित है। सैल्फलैस होंदा है जिहदे विच अपना कोई स्वार्थ ना होवे। सैल्फलैस एक्शन, स्ट्रोंग स्पिरिट मैंने मतलब कि चंगा मजबूत जिगरा, ते डिवोशन मैंने समर्पण सेवा भावना, जिस ढंग दे नाल अपनी भैन की सेवा कर रहे सी, वड्डी धी जो बीमार सी ਉਹਦੇ इलाज ਲਈ पैसे जोड़ते पे सी। इस गल ने नरेटर के दिल ਨੂੰ छू लिया। ही वॉज मूवड, मूवड का मतलब होंगे पंजाबी इंग्लिश कहने डीपली मूवड, मैंने ਉਹਦੇ दिल ਨੂੰ छू लिया, ਉਹਦੇ दिल ਤੇ बड़ा डूंगा असर पाया। क्वेश्चन नंबर 10, वट मेड दी टू ब्रदर्स एंड देयर सिस्टर ऑर्फन्स, ऑर्फन होंगे बच्चों अनाथ, ठीक है, सिर का साई ना रहे जिदा मतलब कि माता पिता जिहदे ना होण वो बच्चों ਨੂੰ ਅਸੀਂ अनाथ कह दिंदे हां, अंग्रेजी च कहंदे हां ऑर्फन्स। वट मेड दी टू ब्रदर्स एंड देयर सिस्टर, दो जिहड़े भरा सीगे दो मुंडे ते उन्हां दी भैन नूं किस चीज़ ने, वट किस गल ने अनाथ बनाया। सो पहला एक लाइन जवाब दे रहना है पूरा संखेप ते फिर नाल थोड़ा जिहा वेरवा देना है। दी वॉर मेड दी टू ब्रदर्स एंड देयर सिस्टर ऑर्फन्स, जिहड़ी जंग सीगी उसने दोनों भरावां नूं अते उन्हां दी भैन नूं अनाथ बनाया। किदां? फर्स्ट पहला दी वॉर किल्ड देयर फादर, पहला तो जिहड़ा जंग ने उन्हां दे प्यो नूं मार दिता। अ विडोवर, जो कि विडोवर, विडो होंदा बच्चों विधवा, विडो WIDO, ER हटा दो तो बन जाएगा विडो, विधवा जिहड़ी जनानी दी जिहड़ा जनानी दा पति मर चुका है। तो विडोवर होंदा वो आदमी जिहदी पत्नी मर चुकी है। सो विडो हैगा स्त्रीलिंग ते विडोवर हैगा पुलिंग, ठीक है। सो वो पहले ही माँ उन्हां दी पहले ही नहीं सीगी, पहला मर चुकी सी। सो जंग दे वेले उन्हां दा पति जिहड़ा सीगा, उन्हां दा पिता सीगा जिहड़ा, जो कि उन्हां दी पत्नी नहीं सीगी, वो विडोवर वो मर गया। एंड लेटर ते मगरों दी की होया, अ बॉम्ब डिस्ट्रॉयड देयर होम, ते एक बंब ने उन्हां दे घर नूं तबाह करता। एंड ब्रॉड दी चिल्ड्रन ऑन टू दी स्ट्रीट्स, अते बच्चियां नूं गलियां उत्ते सड़कां उत्ते लै आंदा, उन्हां दी छत खोली। सो इस ढंग दे नाल ओह ऑर्फन बने। आखिरी क्वेश्चन बच्चों, वट इज द मैसेज कॉन्वेड बाय द टू बॉयज इन द स्टोरी, अर्थात ਇਹ दो मुंडियां दे वल्लों किहड़ा सुनेहा प्रवाहित, किहड़ा सुनेहा दिता जाता है बई उन्हां दी इस कहानी तो किहड़ा सानू सिक्ख्या मिलती है, सुनेहा मिलता है। से इन योर ओन वर्ड्स, अपने शब्दों विच कहो। सो संखेप जिहा आंसर मैं तैयार किया, तुसीं भी थोड़ा बहुत ये छेर फेर मतलब कि करने की कोशिश करो, अपने लोग कोई नवे शब्द पाने की कोशिश करो। द मैसेज कॉन्वेड बाय द टू बॉयज, अर्थात जिहड़ा बच्चों वालों सुनेहा दिता जा रहा दो मुंडियां वालों, इज दैट ऑफ हार्डवर्क, बड़े वो मेहनती सी बच्चे, देखो आलसी नहीं सीगे। अज सानू गुरु साहब ने भी कहा, गुरु नानक साहब ने किरत करो, पर यह बदकिस्मती गल है कि किरत करन दा सभ्याचार साडे पंजाब तो अज मुकदा जा रहा है। घरां विच नौजवान मुंडे कुड़ियां सवेरे 9-9 बजे तक 10 बजे सुते रहंदे ने, घर दा कोई काम भी नहीं करते, अवारागर्दी करते हैं, पढ़ाई भी नहीं करते। असी इस रुचि तो बचना है। सो टू बॉयज इज दैट ऑफ हार्डवर्क, सख्त मेहनत, सिंसियरिटी होंदी ईमानदारी, जिम्मेवारी दे नाल काम करना, एंड डिवोशन होंदा समर्पण। दी स्टोरी इंस्पायर्स, इंस्पायर होंदा प्रेरणा करना। वन मैंने किसी नूं भी यह स्टोरी प्रेरित करती है। नॉट टू लूज हार्ट, लूज हार्ट होंदा हिम्मत हारनी, दिल हारना, दिल छड्ड बैणा, भी हिम्मत नहीं हारनी। स्टे स्ट्रोंग, तगड़े बने रहना। एंड स्टिक टू दी नोबल ह्यूमन वैल्यूज़, ਅਤੇ ਉੱਚੇ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਦੇ ਨਾਲ ਜੁੜ ਕੇ ਰਹਿਣਾ, ਉਹਨਾਂ ਨੂੰ ਉਹਨਾਂ ਦਾ ਪੱਲਾ ਨਹੀਂ ਛੱਡਣਾ। ਇਹ ਨਹੀਂ ਵੀ ਔਖਾ ਵੇਲਾ ਆਇਆ ਤੇ ਚਲੋ ਹੇਰਾ ਫੇਰੀ ਕਰ ਲਈ ਜਾਂ ਚੋਰੀ ਕਰ ਲਈ ਜਾਂ ਮਤਲਬ ਕਿ ਕੋਈ ਜੀ ਮੈਨੂੰ ਡਿਪਰੈਸ਼ਨ ਹੋ ਗਿਆ ਜਾਂ ਕਦੀ ਕਹਿਤਾ ਜੀ ਮੈਂ ਤੇ ਖੁਦਕੁਸ਼ੀ ਕਰ ਲੈਣੀ ਹੈ,
ਉਹ ਇਦਾਂ ਦਾ ਸਾਨੂੰ ਸੁਨੇਹਾ ਇਹ 'ਚੋਂ ਬਿਲਕੁਲ ਨਹੀਂ ਮਿਲਦਾ। ਸਟੇ ਸਟਰੋਂਗ। ਉਹਨਾਂ ਦਾ ਘਰ ਉੱਜੜ ਗਿਆ, ਉਹਨਾਂ ਦੇ ਪਿਤਾ ਜੀ ਮਰ ਗਏ ਹਨਾ, ਤੇ ਇੰਨੀ ਗਰੀਬੀ ਆ ਗਈ, ਖਾਣ ਦੇ ਲਾਲੇ ਪੈ ਗਏ, ਸਟਾਰਵੇਸ਼ਨ ਭੁੱਖਮਰੀ ਦੀ ਹਾਲਤ ਆ ਗਈ, ਪਰ ਫਿਰ ਵੀ ਦੇਖੋ ਉਹਨਾਂ ਨੇ ਅਖਬਾਰਾਂ ਵੇਚੀਆਂ, ਫਰੂਟ ਵੇਚੇ, ਲੋਕਾਂ ਦੀ ਜੁੱਤੀਆਂ ਪਾਲਿਸ਼ ਕੀਤੀਆਂ, ਐਰੰਡਸ ਰਨ ਕੀਤੇ, ਕਿੰਨਾ ਕੰਮ ਕੀਤਾ। ਔਰ ਉਹ ਕਿੰਨੀ ਉਮਰ ਸੀ ਉਹਨਾਂ ਦੀ? 14-15 ਸਾਲ ਦੀ। ਭੈਣ ਉਹਨਾਂ ਦੀ ਬਿਮਾਰ ਸੀ। ਇੰਨੇ ਤੇ ਚੰਗੇ ਚੰਗੇ ਵੱਡੇ ਵੱਡੇ ਬੰਦੇ ਜਿਹੜੇ ਹੈਗੇ ਨੇ ਹਿੰਮਤ ਹਾਰ ਜਾਂਦੇ ਨੇ। ਸੋ ਇਹ ਛੋਟੇ ਮੁੰਡਿਆਂ ਨੇ ਬੱਚੇ ਬੜੀ ਕਮਾਲ ਦਾ ਮਤਲਬ ਕੀ ਹੈ ਸਟੋਰੀ ਹੈਗੀ ਹੈ। ਸਟੇ ਸਟਰੋਂਗ ਐਂਡ ਸਟਿਕ ਟੂ ਦੀ ਨੋਬਲ ਮਾਨੇ ਉੱਚੀਆਂ ਕਦਰਾਂ ਕੀਮਤਾਂ, ਹਿਊਮਨ ਵੈਲਿਊਜ਼ ਈਵਨ ਇਨ ਦੀ ਹਾਰਸ਼ੈਸਟ ਟਾਈਮ। ਹਾਰਸ਼ ਹੁੰਦੇ ਸਖਤ, ਹਾਰਸ਼ੈਸਟ ਮਾਨੇ ਅੱਤ ਦੇ ਸਖਤ ਵੇਲਾ ਵੀ ਆ ਜਾਵੇ ਤੇ ਇਹਨਾਂ ਜਿਹੜੀਆਂ ਕਦਰਾਂ ਕੀਮਤਾਂ ਨੂੰ ਮੂੰਹ ਨਹੀਂ ਮੋੜਨਾ ਚਾਹੀਦਾ, ਹਿੰਮਤ ਨਹੀਂ ਹਾਰਨੀ ਚਾਹੀਦੀ, ਡਟੇ ਰਹਿਣਾ ਚਾਹੀਦਾ। ਗੁਰਬਾਣੀ ਤੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡੇ ਲੈਸਨ 2 ਜੈਂਟਲਮੈਨ ਆਫ ਵੇਰੋਨਾ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।